हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ SST ਦੀ ਕਲਾਸ ਹੈ ਜਿਹੜੀ ਆਪਾਂ ਸਟਾਰਟ ਕਰੀ ਹੋਈ ਹੈ। ਇੰਡੀਅਨ ਕਨਸਟੀਟਿਊਸ਼ਨ ਆਪਣਾ ਟੌਪਿਕ ਹੈ ਅਤੇ ਅੱਗੇ ਦੇ ਵਿੱਚ ਜਿਹੜੇ ਪਾਰਟ ਬਣਦੇ ਆ ਭਾਰਤੀ ਸੰਵਿਧਾਨ ਦੇ ਵਿੱਚ ਫੈਡਰਲ ਪਾਰਲੀਮੈਂਟ, ਸੰਘੀ ਸੰਸਦ, ਕੇਂਦਰ ਸਰਕਾਰ। ਸੋ ਇਹ ਟੌਪਿਕ ਹੈ ਜਿਹੜਾ ਆਪਾਂ ਸਟਾਰਟ ਕਰਿਆ ਹੋਇਆ ਅਤੇ ਇਸ 'ਤੇ ਆਪਣੇ MCQ ਜਿਹੜੇ ਕੰਟੀਨਿਊ ਚੱਲ ਰਹੇ ਆ। ਸੋ ਲੈਕਚਰ 18 ਲੈ ਕੇ ਆਏ ਹਾਂ। 3 ਵਜੇ ਦਾ ਟਾਈਮ ਹੁੰਦਾ ਡੇਲੀ। ਇੱਕ ਦਿਨ SST ਦੀ ਕਲਾਸ ਹੁੰਦੀ ਹੈ ਤਾਂ ਇੱਕ ਦਿਨ ਹਿਸਟਰੀ ਦੀ। ਸੋ ਪਹਿਲਾਂ ਵਾਲੇ ਭਾਗ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜਾ ਕੇ ਜ਼ਰੂਰ ਰੀਡ ਕਰ ਲਿਓ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 411 ਤੋਂ ਆਪਾਂ ਸਟਾਰਟ ਕਰਾਂਗੇ। ਨੀਚੇ ਸਹੀ ਮਿਲਾਨ ਕਰਨੇ ਆ। ਤਾਂ ਇੱਕ ਪਾਸੇ ਭਾਰਤੀ ਸੰਸਦ ਹੈ ਤਾਂ ਇੱਕ ਪਾਸੇ ਆਰਟੀਕਲ ਨੇ। ਤਾਂ ਸੰਸਦ ਦੀ ਵਿਵਸਥਾ ਇਹ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ, ਪਹਿਲਾਂ ਆਪਾਂ ਇਕੱਲੇ ਇਕੱਲੇ ਕੁਐਸਚਨ ਕਰਕੇ ਆਏਂਗੇ। ਤਾਂ ਸੰਸਦ ਦੀ ਵਿਵਸਥਾ ਜਿਹੜੀ ਆਰਟੀਕਲ 79 ਦੇ ਵਿੱਚ ਕੀਤੀ ਗਈ ਹੈ। ਰਾਜ ਸਭਾ ਦਾ ਗਠਨ ਤਾਂ ਇਹ ਹੈ ਜੀ ਆਰਟੀਕਲ 80 ਦੇ ਵਿੱਚ। ਲੋਕ ਸਭਾ ਆਰਟੀਕਲ 81 ਦੇ ਵਿੱਚ। ਦੋਹਾਂ ਸਦਨਾਂ ਦਾ ਕਾਰਜਕਾਲ ਇਹ ਹੈ ਜੀ ਆਰਟੀਕਲ 83 ਦੇ ਵਿੱਚ। ਤਾਂ ਨੀਚੇ ਸਾਰਣੀ ਦੇ ਹਿਸਾਬ ਨਾਲ ਆਪਸ਼ਨ ਊੜਾ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਜ ਸਭਾ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਦੀ ਵਿਵਸਥਾ ਕਰਦਾ ਹੈ? ਕਿਹੜਾ ਅਨੁਛੇਦ ਹੈ? 99, 79, 99 ਜਾਂ ਫਿਰ 92। ਤਾਂ ਇਹ ਭਾਰਤੀ ਸੰਵਿਧਾਨ ਦਾ ਅਨੁਛੇਦ ਹੈ ਜਿਹੜਾ 89 ਹੈ, 99 ਹੈ, ਜਿਹੜਾ ਰਾਜ ਸਭਾ ਦਾ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਇਹਦੀ ਵਿਵਸਥਾ ਕਰਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਹੜਾ ਅਨੁਛੇਦ ਸਪੀਕਰ ਅਤੇ ਡਿਪਟੀ ਸਪੀਕਰ ਦੀ ਵਿਵਸਥਾ ਕਰਦਾ ਹੈ? 93, 98, 101 ਜਾਂ ਫਿਰ 102। ਤਾਂ ਇਹ ਅਨੁਛੇਦ ਹੈ ਜੀ 93, ਜਿਹੜਾ ਸਪੀਕਰ ਅਤੇ ਡਿਪਟੀ ਸਪੀਕਰ ਦੀ ਵਿਵਸਥਾ ਕਰਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਬਿੱਲਾਂ ਨੂੰ ਪਾਸ ਕਰਨ ਦੀ ਵਿਧੀ ਦਾ ਵਰਣਨ ਕਿਸ ਅਨੁਛੇਦ ਦੇ ਅਧੀਨ ਕੀਤਾ ਗਿਆ? ਧਾਰਾ 107 ਤੋਂ 117, 111 ਤੋਂ 118, 112 ਤੋਂ 119, 106 ਤੋਂ 116। ਤਾਂ ਬਿੱਲਾਂ ਨੂੰ ਪਾਸ ਕਰਨ ਦੀ ਜਿਹੜੀ ਵਿਧੀ ਦਾ ਵਰਣਨ ਹੈ ਇਹ ਅਨੁਛੇਦ 107 ਤੋਂ 117 ਦੇ ਅਧੀਨ ਕੀਤਾ ਗਿਆ ਹੈ। ਜੋ ਬਿੱਲ ਪਾਸ ਹੁੰਦੇ ਨੇ, ਪਾਸ ਕਰਨ ਦੀ ਵਿਧੀ ਹੈ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਮੰਤਰੀ ਪਰਿਸ਼ਦ ਦੇ ਕਿਸੇ ਵੀ ਮੈਂਬਰ ਦੁਆਰਾ ਪੇਸ਼ ਕੀਤੇ ਗਏ ਬਿੱਲ ਨੂੰ ਕੀ ਕਿਹਾ ਜਾਂਦਾ ਹੈ? ਪਬਲਿਕ ਬਿੱਲ, ਪ੍ਰਾਈਵੇਟ ਬਿੱਲ, ਸਰਕਾਰੀ ਬਿੱਲ ਜਾਂ ਫਿਰ ਪ੍ਰਾਈਵੇਟ ਮੈਂਬਰ ਬਿੱਲ। ਤਾਂ ਮੰਤਰੀ ਪਰਿਸ਼ਦ ਦਾ ਕੋਈ ਵੀ ਮੈਂਬਰ ਦੇ ਦੁਆਰਾ ਜਿਹੜਾ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਸਰਕਾਰੀ ਬਿੱਲ ਕਿਹਾ ਜਾਂਦਾ ਹੈ। ਬਿਲਕੁਲ ਸੌਖਾ ਕੁਐਸਚਨ ਹੈ। ਸੋ ਪਬਲਿਕ ਬਿੱਲ ਨਹੀਂ ਆਪਾਂ ਕਹਿ ਸਕਦੇ, ਪ੍ਰਾਈਵੇਟ ਤਾਂ ਹੋ ਹੀ ਨਹੀਂ ਸਕਦਾ, ਨਾ ਹੀ ਪ੍ਰਾਈਵੇਟ ਮੈਂਬਰ ਬਿੱਲ ਹੋ ਸਕਦਾ ਹੈ, ਕਿਉਂਕਿ ਮੰਤਰੀ ਪਰਿਸ਼ਦ ਦੇ ਮੈਂਬਰ ਦੁਆਰਾ ਇਹ ਪੇਸ਼ ਕੀਤਾ ਗਿਆ। ਤਾਂ ਇਸ ਬਿੱਲ ਨੂੰ ਜਿਹੜਾ ਸਰਕਾਰੀ ਬਿੱਲ ਕਿਹਾ ਜਾਏਗਾ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਧਨ ਬਿੱਲ ਨੂੰ ਕਿਹੜੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ? ਜਿਹੜਾ ਧਨ ਬਿੱਲ ਹੁੰਦਾ ਹੈ, ਰੇਲਵੇ ਬਜਟ, ਸਧਾਰਨ ਬਜਟ, ਊੜਾ ਤੇ ਆੜਾ ਦੋਨੋਂ ਜਾਂ ਉਪਰੋਕਤ ਸਾਰੇ। ਤਾਂ ਧਨ ਬਿੱਲ ਨੂੰ ਜਿਹੜਾ ਦੋ ਹਿੱਸਿਆਂ ਦੇ ਵਿੱਚ ਰੇਲਵੇ ਬਜਟ ਅਤੇ ਸਧਾਰਨ ਬਜਟ ਇਹਦੇ ਵਿੱਚ ਵੰਡਿਆ ਜਾ ਸਕਦਾ ਹੈ। ਆਪਸ਼ਨ ਈ ਡੀ ਹੈ ਜਿਹੜੀ ਆਪਣਾ ਰਾਈਟ ਆਨਸਰ ਆਏਗਾ। ਊੜਾ ਤੇ ਆੜਾ ਆਪਸ਼ਨਾਂ ਦੋਨੋਂ। ਹੋ ਸਕਦਾ ਤੁਹਾਨੂੰ ਇੱਕ ਆਪਸ਼ਨ ਪਾ ਦਿੱਤੀ ਜਾਵੇ ਪਰ ਇਹ ਹੋ ਨਹੀਂ ਸਕਦਾ, ਕਿਉਂਕਿ ਦੋ ਹਿੱਸੇ ਪੁੱਛਿਆ ਗਿਆ, ਦੋ ਹਿੱਸੇ ਤਾਂ ਆਉਣਗੇ ਹੀ ਆਉਣਗੇ। ਇਸੇ ਤਰ੍ਹਾਂ ਹੀ ਬਣਿਆ ਬਣਿਆ ਕੁਐਸਚਨ ਜਿਹੜਾ ਤੁਹਾਨੂੰ ਪੁੱਟ ਕੀਤਾ ਜਾਏਗਾ। ਅਗਲਾ ਪ੍ਰਸ਼ਨ ਹੈ ਧਨ ਬਿੱਲ ਦੇ ਸੰਬੰਧ ਦੇ ਵਿੱਚ ਕਿਹੜਾ ਕਥਨ ਹੈ ਜਿਹੜਾ ਸਹੀ ਹੈ? ਸੋ ਅਕਸਰ ਆਪਾਂ ਗੱਲ ਕਰਦੇ ਹੁੰਦੇ ਉਪਰੋਕਤ ਸਾਰੇ 100% ਰਾਈਟ ਆਨਸਰ ਹੁੰਦਾ ਹੈ, ਤਾਂ ਇਹਦਾ ਵੀ ਰਾਈਟ ਆਨਸਰ ਇਹੀ ਹੈ। ਅਨੁਛੇਦ 110 ਵਿੱਚ ਧਨ ਬਿੱਲ ਨੂੰ ਜਿਹੜਾ ਪਰਿਭਾਸ਼ਿਤ ਕੀਤਾ ਗਿਆ। ਧਨ ਬਿੱਲ ਨੂੰ ਰੇਲਵੇ ਬਜਟ ਅਤੇ ਸਧਾਰਨ ਬਜਟ ਹੁਣ ਆਪਾਂ ਕਰਕੇ ਆਏ ਹਾਂ, ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਸਧਾਰਨ ਬਜਟ ਜਿਹੜਾ ਅੱਗੇ ਹੋਏਗਾ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਆਪਾਂ, ਵੰਡਿਆ ਜਾਂਦਾ ਹੈ। ਧਨ ਬਿੱਲ ਹੈ ਜਿਹੜਾ ਰੇਲਵੇ ਬਜਟ ਅਤੇ ਸਧਾਰਨ ਬਜਟ, ਅਤੇ ਸਧਾਰਨ ਬਜਟ ਨੂੰ ਅੱਗੇ ਆਮਦਨ ਅਤੇ ਖਰਚ ਸੰਬੰਧੀ ਅੱਗੇ ਹੋਰ ਭਾਗਾਂ ਦੇ ਵਿੱਚ ਜਿਹੜਾ ਵੰਡਿਆ ਜਾਂਦਾ ਹੈ। ਤਾਂ ਉਪਰੋਕਤ ਸਾਰੇ ਸਾਡਾ ਰਾਈਟ ਆਨਸਰ ਆਏਗਾ। ਰਾਸ਼ਟਰਪਤੀ, ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਅਤੇ ਲੋਕ ਸਭਾ ਤੇ ਰਾਜ ਸਭਾ ਦੇ ਪ੍ਰਧਾਨਾਂ ਨੂੰ
ਜਿਹੜੀ ਤਨਖਾਹ ਹੈ ਉਹ ਕਿਸ ਵਿੱਚੋਂ ਦਿੱਤੀ ਜਾਂਦੀ ਹੈ? ਸੰਚਿਤ ਨਿਧੀ ਫੰਡ ਦੇ ਵਿੱਚੋਂ, ਭਾਰਤੀ ਰਿਜ਼ਰਵ ਬੈਂਕ ਚੋਂ, ਅਟਾਰਨੀ ਜਨਰਲ ਦੁਆਰਾ ਜਾਂ ਭਾਰਤ ਦੇ ਅਚੇਤ ਫੰਡ ਤੋਂ। ਤਾਂ ਇਹਨਾਂ ਨੂੰ ਸਾਰੀ ਤਨਖਾਹ ਜਿਹੜੀ ਸੰਚਿਤ ਨਿਧੀ ਫੰਡ ਦੇ ਵਿੱਚੋਂ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਰਾਸ਼ਟਰਪਤੀ, ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜ ਆ ਗਏ, ਲੋਕ ਸਭਾ ਅਤੇ ਰਾਜ ਸਭਾ ਦੋ ਸਦਨ ਨੇ ਜੋ ਇਹਨਾਂ ਦੇ ਜੋ ਪ੍ਰਧਾਨ ਨੇ ਉਹ ਸ਼ਾਮਿਲ ਨੇ। ਸੋ ਹੋ ਸਕਦਾ ਇਹਦੇ ਵਿੱਚੋਂ ਕਿਸੇ ਇੱਕ ਦਾ ਪੁੱਛ ਲਿਆ ਜਾਵੇ ਕਿ ਰਾਸ਼ਟਰਪਤੀ ਦੀ ਤਨਖਾਹ ਕਿੱਥੋਂ ਦਿੱਤੀ ਜਾਂਦੀ ਹੈ, ਜਾਂ ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜਾਂ ਦੀ, ਇਹ ਵੀ ਪੁੱਛਿਆ ਜਾ ਸਕਦਾ ਹੈ, ਜਾਂ ਇਕੱਲਾ ਲੋਕ ਸਭਾ ਰਾਜ ਸਭਾ ਦੇ ਜੋ ਪ੍ਰਧਾਨ ਨੇ ਇਹ ਵੀ ਪੁੱਛਿਆ ਜਾਂਦਾ। ਜ਼ਰੂਰੀ ਨਹੀਂ ਜੁਆਇੰਟ ਹੋ ਕੇ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾਏਗਾ। ਤਾਂ ਸਾਰਿਆਂ ਨੂੰ ਤਨਖਾਹ ਹੈ ਜਿਹੜੀ ਸੰਚਿਤ ਨਿਧੀ ਫੰਡ ਦੇ ਵਿੱਚੋਂ ਦਿੱਤੀ ਜਾਂਦੀ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਧਨ ਬਿੱਲ ਕਿਸ ਦੀ ਪ੍ਰਵਾਨਗੀ ਨਾਲ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ? ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ, ਸਰਵਉੱਚ ਅਦਾਲਤ ਦੇ ਮੁੱਖ, ਤਾਂ ਇੱਥੇ ਰਾਜ ਨਹੀਂ ਹੈ, ਜੱਜ ਹੋਏਗਾ, ਅਟਾਰਨੀ ਜਨਰਲ ਜਾਂ ਉਪ ਰਾਸ਼ਟਰਪਤੀ। ਤਾਂ ਧਨ ਬਿੱਲ ਹੈ ਜਿਹੜਾ ਉਹ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਨਾਲ ਸੰਸਦ ਦੇ ਵਿੱਚ ਯਾਨੀ ਕਿ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਧਨ ਬਿੱਲ ਹੁੰਦਾ ਹੈ, ਅੱਗੇ ਤੁਹਾਨੂੰ ਦੱਸ ਕੇ ਆਏ ਹਾਂ, ਬਿਲਕੁਲ ਸ਼ਾਰਟ ਦੇ ਵਿੱਚ ਪੁੱਛਿਆ ਗਿਆ ਧਨ ਬਿੱਲ ਕੀ ਹੁੰਦਾ ਹੈ? ਸਰਕਾਰੀ ਬਿੱਲ, ਪ੍ਰਾਈਵੇਟ ਮੈਂਬਰ ਬਿੱਲ ਜਾਂ ਸਿਰਫ A ਅਤੇ B। ਤਾਂ ਕਨਫਿਊਜ਼ ਕਰਨ ਵਾਸਤੇ ਜਿਹੜਾ ਤੁਹਾਨੂੰ A ਅਤੇ B ਪਾਤੀ ਆ ਰਹੇ। ਤਾਂ ਧਨ ਬਿੱਲ ਜਿਹੜਾ ਸਰਕਾਰੀ ਬਿੱਲ ਹੁੰਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਾਲਾਨਾ ਬਜਟ ਕਿਸ ਦੇ ਦੁਆਰਾ ਪੇਸ਼ ਕੀਤਾ ਜਾਂਦਾ ਹੈ? ਸਪੀਕਰ, ਵਿੱਤ ਮੰਤਰੀ, ਰਾਸ਼ਟਰਪਤੀ, ਪ੍ਰਧਾਨ ਮੰਤਰੀ। ਤਾਂ ਸਾਲਾਨਾ ਬਜਟ ਹੈ ਜਿਹੜਾ ਉਹ ਵਿੱਤ ਮੰਤਰੀ ਦੇ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਹੁਣ ਪਿੱਛੇ ਜੇ ਨਿਰਮਲਾ ਸੀਤਾਰਮਨ ਨੇ ਜਿਹੜਾ ਸਾਲਾਨਾ ਬਜਟ ਹੈ ਜਿਹੜਾ ਪੇਸ਼ ਕੀਤਾ ਸੀਗਾ, ਐਜੂਕੇਸ਼ਨ ਬਜਟ ਵੀ ਜਿਹੜਾ ਪੇਸ਼ ਕੀਤਾ ਸੀ, ਤਾਂ ਇਹ ਵਿੱਤ ਮੰਤਰੀ ਦੁਆਰਾ ਕੀਤਾ ਜਾਂਦਾ ਹੈ, ਚਾਹੇ ਪੰਜਾਬ 'ਚ ਹੈ ਚਾਹੇ ਸੈਂਟਰ 'ਚ ਹੈ। ਨਮਿਤਨ ਬਿੱਲ ਦਾ ਸੰਬੰਧ ਕਿਸ ਨਾਲ ਹੈ? ਧਨ ਖਰਚ ਕਰਨ ਸੰਬੰਧੀ, ਸਪੈਂਡਿੰਗ ਬਿੱਲ, ਲੋਕਾਂ ਉੱਤੇ ਟੈਕਸ ਲਵਾਉਣ ਸੰਬੰਧੀ, ਟੈਕਸ ਇਕੱਠੇ ਕਰਨ ਸੰਬੰਧੀ ਜਾਂ ਬਚਤ ਸੰਬੰਧੀ। ਤਾਂ ਨਮਿਤਨ ਬਿੱਲ ਹੈ ਜਿਹੜਾ ਇਹਦਾ ਸੰਬੰਧ ਹੈ ਜਿਹੜਾ ਧਨ ਖਰਚ ਕਰਨ ਦੇ ਸੰਬੰਧੀ ਹੈ, ਜਿਹਨੂੰ ਸਪੈਂਡਿੰਗ ਬਿੱਲ ਕਿਹਾ ਜਾਂਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੰਕਟ ਕਾਲ ਦੌਰਾਨ ਲੋਕ ਸਭਾ ਦੀ ਮਿਆਦ ਹੈ ਜਿਹੜੀ ਕਿੰਨੇ ਸਮੇਂ ਲਈ ਵਧਾਈ ਜਾ ਸਕਦੀ ਹੈ? 6 ਮਹੀਨੇ, 1 ਸਾਲ, 1 ਸਾਲ 6 ਮਹੀਨੇ ਜਾਂ 3 ਸਾਲ ਲਈ। ਤਾਂ ਸੰਕਟ ਕਾਲ ਦੇ ਦੌਰਾਨ ਜਿਹੜੀ ਲੋਕ ਸਭਾ ਹੈ ਇਹਦੀ ਮਿਆਦ ਹੈ ਜਿਹੜੀ 1 ਸਾਲ ਲਈ ਵਧਾਈ ਜਾ ਸਕਦੀ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਕਿਸੇ ਵੀ ਬਿੱਲ ਦੇ ਸੰਸਦ ਵਿੱਚ ਪਾਸ ਹੋਣ ਤੋਂ ਬਾਅਦ ਕਿਸ ਦੀ ਪ੍ਰਵਾਨਗੀ ਹੈ ਜਿਹੜੀ ਲੈਣੀ ਪੈਂਦੀ ਹੈ? ਰਾਜਪਾਲ ਦੀ, ਰਾਸ਼ਟਰਪਤੀ ਦੀ, ਅਟਾਰਨੀ ਜਨਰਲ ਦੀ ਜਾਂ ਸੁਪਰੀਮ ਕੋਰਟ ਦੇ ਸਰਵਉੱਚ ਜੱਜ ਦੀ। ਤਾਂ ਕਿਸੇ ਵੀ ਬਿੱਲ ਦੇ ਸੰਸਦ ਵਿੱਚ ਪਾਸ ਹੋਣ ਤੋਂ ਬਾਅਦ ਜਿਹੜੀ ਰਾਸ਼ਟਰਪਤੀ ਦੀ ਹੈ ਪ੍ਰਵਾਨਗੀ ਹੈ ਜਿਹੜੀ ਲੈਣੀ ਪੈਂਦੀ ਹੈ। ਜਿਵੇਂ ਖੇਤੀ ਕਾਨੂੰਨ ਸੀ, ਰਾਸ਼ਟਰਪਤੀ ਨੂੰ ਰਬੜ ਦੀ ਮੋਹਰ ਵੀ ਕਿਹਾ ਜਾਂਦਾ, ਇਹ ਵੀ ਧਿਆਨ ਵਿੱਚ ਰੱਖਿਓ। ਰਾਸ਼ਟਰਪਤੀ ਦੀ ਸਾਈਨ ਨਾਲ ਹੀ ਹੈ ਜਿਹੜੇ ਇਹ ਅੱਗੇ ਕਾਨੂੰਨ ਬਣ ਜਾਂਦੇ ਨੇ, ਬਿੱਲ ਪਾਸ ਹੁੰਦੇ ਨੇ। ਸੋ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦਾ ਅਨੁਛੇਦ 52 ਕਿਸ ਮਹੱਤਵਪੂਰਨ ਪਦ ਦੀ ਵਿਵਸਥਾ ਕਰਦਾ ਹੈ? ਜਾਂ ਅਨੁਛੇਦ 52 ਕਿਸ ਨਾਲ ਸੰਬੰਧਿਤ ਹੈ? ਰਾਸ਼ਟਰਪਤੀ, ਰਾਜਪਾਲ, ਸੁਪਰੀਮ ਕੋਰਟ ਦਾ ਮੁੱਖ ਜੱਜ ਜਾਂ ਕੰਪਟਰੋਲਰ ਅਤੇ ਆਡੀਟਰ ਜਨਰਲ। ਤਾਂ ਭਾਰਤੀ ਸੰਵਿਧਾਨ ਦਾ ਅਨੁਛੇਦ ਹੈ ਜਿਹੜਾ ਰਾਸ਼ਟਰਪਤੀ ਦੇ ਪਦ ਦੀ ਵਿਵਸਥਾ ਕਰਦਾ ਹੈ, ਰਾਸ਼ਟਰਪਤੀ ਨਾਲ ਸੰਬੰਧਿਤ ਹੈ। ਅੱਗੇ ਸਹੀ ਮਿਲਾਨ ਕਰਨੇ ਹੈ, ਸਾਰਨੀ ਹੈ, ਇਹ ਅਕਸਰ ਐਗਜ਼ਾਮ ਦੇ ਵਿੱਚ ਆਉਂਦੀ ਹੈ। ਇੱਕ ਪਾਸੇ ਰਾਸ਼ਟਰਪਤੀ ਹੈ, ਇੱਕ ਪਾਸੇ ਅਨੁਛੇਦ ਨੇ। ਤਾਂ ਸਾਰੀ ਇਹ ਚਾਰੇ ਕਾਲਮ ਰਾਸ਼ਟਰਪਤੀ ਨਾਲ ਸੰਬੰਧਿਤ ਨੇ। ਰਾਸ਼ਟਰਪਤੀ ਦੇ ਪਦ ਦੀ ਵਿਵਸਥਾ ਤਾਂ ਆਪਾਂ ਹੁਣੇ ਕਰਕੇ ਤਾਂ ਰਾਸ਼ਟਰਪਤੀ ਦੇ ਪਦ ਦੀ ਜਿਹੜੀ ਵਿਵਸਥਾ ਅਨੁਛੇਦ 52 'ਚ ਹੈ। ਰਾਸ਼ਟਰਪਤੀ ਦੀਆਂ ਯੋਗਤਾਵਾਂ ਤਾਂ ਇਹ ਆ ਗਈਆਂ ਜੀ 58 ਦੇ ਵਿੱਚ। ਰਾਸ਼ਟਰਪਤੀ ਦੀ ਚੋਣ ਤਾਂ ਇਹ ਆ ਗਈ ਜੀ 54 ਦੇ ਵਿੱਚ, ਅਨੁਛੇਦ 54 ਦੇ ਵਿੱਚ।
ਅਤੇ ਰਾਸ਼ਟਰਪਤੀ ਵਿਰੁੱਧ ਹੈ ਜਿਹੜਾ ਮਹਾਦੋਸ਼ ਦਾ ਮੁਕੱਦਮਾ, ਤਾਂ ਇਹ ਆ ਗਿਆ ਅਨੁਛੇਦ 61 ਦੇ ਵਿੱਚ। ਤਾਂ ਆਪਸ਼ਨ ਆੜਾ ਸਾਰਣੀ ਦੇ ਵਿੱਚ ਸਾਡਾ ਰਾਈਟ ਆਨਸਰ ਬਣੇਗਾ। ਸੋ ਇਸ ਤਰ੍ਹਾਂ ਵੀ ਕੁਐਸਚਨ ਪੁੱਛੇ ਜਾ ਸਕਦੇ ਹੈ, ਅਲੱਗ-ਅਲੱਗ ਕਰਕੇ ਵੀ ਜਿਹੜੇ ਕੁਐਸਚਨ ਉਹ ਪੁੱਛੇ ਜਾ ਸਕਦੇ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੈ? 25, 30, 35 ਜਾਂ ਫਿਰ 40 ਸਾਲ। ਤਾਂ ਅਗਰ ਭਾਰਤ ਦਾ ਰਾਸ਼ਟਰਪਤੀ ਬਣਨਾ ਹੈ ਤਾਂ ਇਹਦੇ ਲਈ ਘੱਟੋ ਘੱਟ ਜਿਹੜੀ ਉਮਰ ਹੈ ਉਹ 35 ਸਾਲ ਹੋਣੀ ਜ਼ਰੂਰੀ ਹੈ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਭਾਰਤ ਦਾ ਰਾਸ਼ਟਰਪਤੀ ਬਣਨ ਲਈ ਯੋਗਤਾਵਾਂ, ਤਾਂ ਉਪਰੋਕਤ ਸਾਰੇ ਆਪਸ਼ਨ 100% ਸਹੀ ਹੁੰਦਾ ਹੈ। ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਉਮਰ 35 ਸਾਲ ਹੋਵੇ, ਉਹ ਸੰਸਦ ਦਾ ਮੈਂਬਰ ਚੁਣੇ ਜਾਣ ਦੀਆਂ ਜਿਹੜੀਆਂ ਯੋਗਤਾਵਾਂ ਹੈ ਉਹ ਰੱਖਦਾ ਹੋਵੇ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਹੈ? ਫਸਟ ਸਿਟੀਜ਼ਨ ਆਫ ਇੰਡੀਆ, ਰਾਸ਼ਟਰਪਤੀ, ਰਾਜਪਾਲ, ਸਰਵਉੱਚ ਅਦਾਲਤ ਦੇ ਮੁੱਖ ਜੱਜ ਨੂੰ ਜਾਂ ਫਿਰ ਪ੍ਰਧਾਨ ਮੰਤਰੀ ਨੂੰ। ਤਾਂ ਭਾਰਤ ਦਾ ਪਹਿਲਾ ਨਾਗਰਿਕ ਫਸਟ ਸਿਟੀਜ਼ਨ ਆਫ ਇੰਡੀਆ, ਇਹ ਰਾਸ਼ਟਰਪਤੀ ਨੂੰ ਕਿਹਾ ਜਾਂਦਾ ਹੈ। ਆਪਸ਼ਨ ਊ ਦਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਰਾਸ਼ਟਰਪਤੀ ਦੀ ਚੋਣ ਦੇ ਵਿੱਚ ਕੌਣ ਭਾਗ ਨਹੀਂ ਲੈਂਦਾ? ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ, ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ, ਦਿੱਲੀ ਅਤੇ ਪਾਂਡੀਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਮੈਂਬਰ, ਜਾਂ ਸੰਸਦ, ਰਾਜ ਵਿਧਾਨ ਸਭਾਵਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦਿੱਲੀ, ਪਾਂਡੀਚੇਰੀ ਦੇ ਨਾਮਜ਼ਦ ਮੈਂਬਰ। ਤਾਂ ਰਾਸ਼ਟਰਪਤੀ ਦੀ ਚੋਣ ਵਿੱਚ ਜਿਹੜਾ ਭਾਗ ਨਹੀਂ ਲੈਂਦਾ, ਆਪਸ਼ਨ ਸੱਸਾ ਹੈ। ਸੰਸਦ, ਰਾਜ ਵਿਧਾਨ ਸਭਾਵਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਜੋ ਨਾਮਜ਼ਦ ਮੈਂਬਰ ਨੇ ਉਹ ਰਾਸ਼ਟਰਪਤੀ ਦੀ ਚੋਣ ਵਿੱਚ ਭਾਗ ਨਹੀਂ ਲੈਂਦੇ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਮੁਖੀ, ਹੈਡ ਆਫ ਦਾ ਇੰਡੀਅਨ ਸਟੇਟ ਕਿਸ ਨੂੰ ਮੰਨਿਆ ਜਾਂਦਾ ਹੈ? ਰਾਜਪਾਲ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਫਿਰ ਉਪ ਰਾਸ਼ਟਰਪਤੀ ਨੂੰ। ਤਾਂ ਹੈਡ ਆਫ ਦਾ ਇੰਡੀਅਨ ਸਟੇਟ ਜਿਹੜਾ ਰਾਸ਼ਟਰਪਤੀ ਨੂੰ ਮੰਨਿਆ ਜਾਂਦਾ ਹੈ, ਜਿਹਨੂੰ ਆਪਾਂ ਭਾਰਤ ਦਾ ਮੁਖੀ ਕਹਿੰਦੇ ਆ ਪੰਜਾਬੀ ਦੇ ਵਿੱਚ। ਤਾਂ ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਅੱਗੇ ਰਾਸ਼ਟਰਪਤੀ ਦੀ ਚੋਣ ਵਿਧੀ ਕੀ ਹੁੰਦੀ ਹੈ? ਅਨੁਪਾਤਿਕ ਪ੍ਰਤੀਨਿਧਤਾ ਦੀ ਇਕਹਿਰੀ ਬਦਲਵੀਂ ਵੋਟ ਪ੍ਰਣਾਲੀ, ਪ੍ਰਤੱਖ ਚੋਣ ਪ੍ਰਣਾਲੀ, ਫਸਟ ਪਾਸਟ ਦਾ ਪੋਸਟ, ਸਿੰਪਲ ਮੈਜੋਰਿਟੀ ਜਿਹਨੂੰ ਸਧਾਰਨ ਬਹੁਮਤ ਕਿਹਾ ਜਾਂਦਾ ਹੈ, ਜਾਂ ਨਾਮਜ਼ਦਗੀ ਪ੍ਰਣਾਲੀ। ਤਾਂ ਰਾਸ਼ਟਰਪਤੀ ਦੀ ਚੋਣ ਵਿਧੀ ਹੈ ਅਨੁਪਾਤਿਕ ਪ੍ਰਤੀਨਿਧਤਾ ਦੀ ਇਕਹਿਰੀ ਬਦਲਵੀਂ ਵੋਟ ਪ੍ਰਣਾਲੀ ਹੈ। ਆਪਸ਼ਨ ਊ ਦਾ ਸਾਡਾ ਰਾਈਟ ਆਨਸਰ ਆਏਗਾ। ਸੰਵਿਧਾਨ ਦੀ ਧਾਰਾ 60 ਦੇ ਅਨੁਸਾਰ ਰਾਸ਼ਟਰਪਤੀ ਨੂੰ ਸਹੁੰ ਚੁਕਾਉਣ ਦੀ ਰਸਮ ਕੌਣ ਕਰਦਾ ਹੈ? ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ, ਸੁਪਰੀਮ ਕੋਰਟ ਦਾ ਮੁੱਖ ਜੱਜ ਜਾਂ ਭਾਰਤ ਦਾ ਅਟਾਰਨੀ ਜਨਰਲ। ਤਾਂ ਸੰਵਿਧਾਨ ਦੀ ਧਾਰਾ 60 ਦੇ ਅਨੁਸਾਰ ਰਾਸ਼ਟਰਪਤੀ ਨੂੰ ਸਹੁੰ ਚੁਕਾਉਣ ਦੀ ਰਸਮ ਹੈ ਜਿਹੜੀ ਸੁਪਰੀਮ ਕੋਰਟ ਦਾ ਮੁੱਖ ਜੱਜ ਕਰਦਾ ਹੈ। ਇੱਥੇ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਨੂੰ ਸਹੁੰ ਚੁਕਾਉਣ ਨਾਲ ਸੰਬੰਧਿਤ ਕਿਹੜੀ ਧਾਰਾ, ਕਿਹੜਾ ਅਨੁਛੇਦ ਹੈ? ਤਾਂ 60। ਇਹ ਵੀ ਜ਼ਰੂਰ ਯਾਦ ਰੱਖਿਓ। ਅਤੇ ਸਹੁੰ ਆ ਜਿਹੜੀ ਉਹ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ, ਇਹ ਸਹੁੰ ਚੁਕਾਉਣ ਦੀ ਰਸਮ ਕਰਦਾ ਹੈ ਰਾਸ਼ਟਰਪਤੀ ਨੂੰ। ਅਨੁਛੇਦ 56 ਦੇ ਵਿੱਚ ਭਾਰਤੀ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਦੱਸਿਆ ਗਿਆ? ਸੋ ਆਪਾਂ ਉਹਨੇ ਪੜ੍ਹ ਕੇ ਵੀ ਆਏ ਸੀ ਪਿੱਛੇ ਜੇ, 4 ਸਾਲ, 5 ਸਾਲ, 6 ਸਾਲ ਜਾਂ ਫਿਰ 3 ਸਾਲ। ਤਾਂ ਅਨੁਛੇਦ 56 ਦੇ ਵਿੱਚ ਭਾਰਤੀ ਜੋ ਰਾਸ਼ਟਰਪਤੀ ਹੈ ਤੇ ਦਾ ਕਾਰਜਕਾਲ ਹੈ ਜਿਹੜਾ 5 ਸਾਲ ਹੈ ਜਿਹੜਾ ਦੱਸਿਆ ਗਿਆ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜੇ ਦਾ ਨਿਪਟਾਰਾ ਕੌਣ ਕਰਦਾ ਹੈ? ਉਪ ਰਾਸ਼ਟਰਪਤੀ, ਸੁਪਰੀਮ ਕੋਰਟ, ਹਾਈ ਕੋਰਟ ਜਾਂ ਉਪਰੋਕਤ ਸਾਰੇ। ਤਾਂ ਰਾਸ਼ਟਰਪਤੀ ਦੀ ਚੋਣ ਦੇ ਸੰਬੰਧ ਵਿੱਚ ਅਗਰ ਝਗੜਾ ਹੁੰਦਾ ਹੈ ਤਾਂ ਇਸ ਦਾ ਨਿਪਟਾਰਾ ਜਿਹੜਾ ਸੁਪਰੀਮ ਕੋਰਟ ਕਰਦੀ ਹੈ। ਰਾਸ਼ਟਰਪਤੀ ਦਾ ਅਹੁਦਾ 5 ਸਾਲ ਤੋਂ ਪਹਿਲਾਂ ਵੀ ਖਾਲੀ ਹੋ ਸਕਦਾ ਹੈ ਜੇਕਰ ਕਿਹੜੇ ਕਾਰਨ ਨਾਲ? ਤਾਂ ਉਪਰੋਕਤ ਸਾਰੇ ਆਏਗਾ। ਜੇਕਰ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ, ਜੇਕਰ ਰਾਸ਼ਟਰਪਤੀ ਤਿਆਗ ਪੱਤਰ ਦੇ ਦੇਵੇ, ਜਾਂ ਫਿਰ ਮਹਾਦੋਸ਼ ਦੇ ਮੁਕੱਦਮੇ ਦੇ ਦੁਆਰਾ। ਤਾਂ 5 ਸਾਲ ਤੋਂ ਰਾਸ਼ਟਰਪਤੀ ਦਾ ਪਹਿਲਾਂ ਅਹੁਦਾ ਜਿਹੜਾ ਖਾਲੀ ਹੋ ਸਕਦਾ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਰਾਸ਼ਟਰਪਤੀ ਦਾ ਪਦ ਖਾਲੀ ਹੋਣ 'ਤੇ ਕੌਣ ਹੈ ਜਿਹੜਾ ਅਹੁਦਾ ਸੰਭਾਲੇਗਾ? ਸੁਪਰੀਮ ਕੋਰਟ ਦਾ ਜੱਜ,
ਹਾਈ ਕੋਰਟ ਦਾ ਜੱਜ, ਪ੍ਰਧਾਨ ਮੰਤਰੀ ਜਾਂ ਫਿਰ ਉਪ ਰਾਸ਼ਟਰਪਤੀ। ਤਾਂ ਇਹ ਖਾਲੀ ਪਦ ਹੋਣ 'ਤੇ ਜਿਹੜਾ ਉਪ ਰਾਸ਼ਟਰਪਤੀ ਅਹੁਦਾ ਸੰਭਾਲੇਗਾ ਅਗਰ ਰਾਸ਼ਟਰਪਤੀ ਦਾ ਪਦ ਹੈ ਜਿਹੜਾ ਖਾਲੀ ਹੋ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਰਾਸ਼ਟਰਪਤੀ ਆਪਣਾ ਤਿਆਗ ਪੱਤਰ ਹੈ ਜਿਹੜਾ ਉਹ ਕਿਸ ਨੂੰ ਦਿੰਦਾ ਹੈ? ਪ੍ਰਧਾਨ ਮੰਤਰੀ ਨੂੰ, ਲੋਕ ਸਭਾ ਦੇ ਸਪੀਕਰ ਨੂੰ, ਉਪ ਰਾਸ਼ਟਰਪਤੀ ਨੂੰ ਜਾਂ ਸਰਵਉੱਚ ਅਦਾਲਤ ਦੇ ਮੁੱਖ ਜੱਜ ਨੂੰ। ਤਾਂ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਹੈ ਜਿਹੜਾ ਉਪ ਰਾਸ਼ਟਰਪਤੀ ਨੂੰ ਦੇਵੇਗਾ ਅਤੇ ਉਪ ਰਾਸ਼ਟਰਪਤੀ ਹੀ ਹੁੰਦਾ ਹੈ ਜੋ ਰਾਸ਼ਟਰਪਤੀ ਦਾ ਪਦ ਅਗਰ ਖਾਲੀ ਹੋ ਜਾਂਦਾ ਹੈ ਤਾਂ ਉਹਦਾ ਅਹੁਦਾ ਸੰਭਾਲਣ ਵਾਲਾ ਹੁੰਦਾ ਹੈ। ਤਾਂ ਉਪ ਰਾਸ਼ਟਰਪਤੀ ਨੂੰ ਹੀ ਰਾਸ਼ਟਰਪਤੀ ਜਿਹੜਾ ਆਪਣਾ ਤਿਆਗ ਪੱਤਰ ਦੇਵੇਗਾ। ਅਗਲਾ ਪ੍ਰਸ਼ਨ ਹੈ, ਉਪ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ? ਤਾਂ ਰਾਸ਼ਟਰਪਤੀ ਤਾਂ ਉਪ ਰਾਸ਼ਟਰਪਤੀ ਨੂੰ ਦੇ ਦੇਵੇਗਾ। ਅਗਰ ਉਪ ਰਾਸ਼ਟਰਪਤੀ ਨੇ ਆਪਣਾ ਤਿਆਗ ਪੱਤਰ ਦੇਣਾ ਉਹ ਕਿਸ ਨੂੰ ਦੇਗਾ? ਪ੍ਰਧਾਨ ਮੰਤਰੀ ਨੂੰ, ਰਾਜ ਸਭਾ ਦੇ ਮੈਂਬਰਾਂ ਨੂੰ, ਰਾਸ਼ਟਰਪਤੀ ਨੂੰ ਜਾਂ ਫਿਰ ਰਾਜਪਾਲ ਨੂੰ। ਤਾਂ ਉਪ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਜਿਹੜਾ ਰਾਸ਼ਟਰਪਤੀ ਨੂੰ ਦੇਗਾ, ਕਿਉਂਕਿ ਦੋਨੋਂ ਇਕੱਠੇ ਤਿਆਗ ਪੱਤਰ ਨਹੀਂ ਕਦੇ ਵੀ ਦੇ ਸਕਦੇ। ਅਗਰ ਉਪ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਦੇਣਾ ਚਾਹੁੰਦਾ ਤਾਂ ਉਹ ਰਾਸ਼ਟਰਪਤੀ ਨੂੰ ਦੇਵੇਗਾ। ਅਗਰ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਦੇਣਾ ਚਾਹੁੰਦਾ ਹੈ ਤਾਂ ਉਹ ਉਪ ਰਾਸ਼ਟਰਪਤੀ ਨੂੰ ਦੇਵੇਗਾ। ਤਾਂ ਆਪਸ਼ਨ ਡੀ ਹੈ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦਾ ਮੁਕੱਦਮਾ ਸੰਸਦ ਦੇ ਕਿਹੜੇ ਸਾਧਨ ਦੇ ਵਿੱਚ ਚਲਾਇਆ ਜਾ ਸਕਦਾ ਹੈ? ਲੋਕ ਸਭਾ, ਰਾਜ ਸਭਾ, ਕਿਸੇ ਵੀ ਸਾਧਨ ਵਿੱਚ ਜਾਂ ਫਿਰ ਸਰਵਉੱਚ ਅਦਾਲਤ ਦੇ ਵਿੱਚ। ਤਾਂ ਇੱਥੇ ਸਾਧਨ ਪੁੱਛਿਆ ਗਿਆ ਤਾਂ ਸਰਵਉੱਚ ਅਦਾਲਤ ਤਾਂ ਆਪਣੀ ਆਪਸ਼ਨ ਨਹੀਂ ਬਣਦੀ। ਤਾਂ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦਾ ਮੁਕੱਦਮਾ ਜਿਹੜਾ ਉਹ ਸੰਸਦ ਦੇ ਕਿਸੇ ਵੀ ਸਾਧਨ ਦੇ ਵਿੱਚ ਚਲਾਇਆ ਜਾ ਸਕਦਾ ਹੈ। ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਇਹ ਟੌਪਿਕ ਜਿਹੜਾ ਕਾਫੀ ਲੰਬਾ ਹੈ, ਸੋ ਇਸੇ 'ਤੇ ਹੀ ਸਾਰੇ ਤੁਹਾਡੇ ਪ੍ਰਸ਼ਨ ਉੱਤਰ ਜਿਹੜੇ ਕਵਰ ਹੋਣਗੇ ਸਿਲੇਬਸ ਦੇ ਅਨੁਸਾਰ। ਤਾਂ ਕੰਟੀਨਿਊ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਰਿਸਪੌਂਸ ਹੈ ਜਿਹੜਾ ਬਹੁਤ ਘੱਟ ਮਿਲਦਾ ਤੁਹਾਡਾ। ਤਾਂ ਰਿਸਪੌਂਸ ਮਿਲਣਾ ਜ਼ਰੂਰੀ ਹੈ, ਤੁਹਾਡਾ ਰਿਸਪੌਂਸ ਹੀ ਸਾਡਾ ਕੌਨਫੀਡੈਂਸ ਹੈ। ਸੋ ਇਸ ਕਰਕੇ ਵਾਰ-ਵਾਰ ਕਹਿ ਰਹੇ ਹੁੰਦੇ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਕਿਉਂਕਿ ਐਗਜ਼ਾਮ ਵੋਟਾਂ ਤੋਂ ਬਾਅਦ ਐਗਜ਼ਾਮ ਜਿਹੜਾ ਤੁਹਾਡਾ ਜਲਦੀ ਸਟਾਰਟ ਹੋ ਜਾਏਗਾ। ਸੋ ਵੋਟਾਂ ਕਰਕੇ 1 ਹਫ਼ਤਾ ਰਹਿ ਗਿਆ। ਸੋ ਇਸ ਤੋਂ ਬਾਅਦ ਤੁਹਾਡਾ ਐਗਜ਼ਾਮ ਹੈ ਜਿਹੜਾ ਸਰਕਾਰ ਲੈ ਲੇਗੀ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਹ ਤੱਕ ਲਈ ਧੰਨਵਾਦ ਜੀ।